ਹੈਲੋ ਸਟੂਡੈਂਟਸ, ਮੈਂ ਹਰਪਿੰਦਰ ਕੌਰ। ਤੁਸੀਂ ਦੇਖ ਰਹੇ ਹੋ ਇੰਗਲਿਸ਼ ਵਿਦ ਰੂਪ। ਸੋ ਅੱਜ ਮੈਂ ਤੁਹਾਨੂੰ ਕਿਊਕਾ ਟੌਪਿਕ ਕਰਵਾਉਣ ਜਾ ਰਹੀ ਹਾਂ, ਜੋ ਕਿ ਹੈ ਜਦੋਂ ਤੁਸੀਂ ਮਨੀ ਰਿਸੀਵ ਕੀਤੀ ਹੈ ਐਜ਼ ਅ ਗਿਫਟ। ਡਿਸਕ੍ਰਾਈਬ ਅ ਟਾਈਮ ਵੈਨ ਯੂ ਰਿਸੀਵਡ ਮਨੀ ਐਜ਼ ਅ ਗਿਫਟ। ਸੋ ਕੋਈ ਵੀ ਸਿਚੁਏਸ਼ਨ ਹੋ ਸਕਦੀ ਹੈ, ਠੀਕ ਹੈ, ਜਦੋਂ ਤੁਸੀਂ ਲਾਈਕ ਐਜ਼ ਅ ਮਨੀ ਨੂੰ ਰਿਸੀਵ ਕੀਤਾ ਹੋਵੇ ਜੋ ਕਿ ਇੱਕ ਗਿਫਟ ਦੇ ਤੌਰ 'ਤੇ ਮਿਲੀ ਹੋਵੇ। ਨੈਕਸਟ ਹੈ ਵੈਨ ਇਟ ਹੈਪਨ, ਕਦੋਂ ਹੋਇਆ। ਹੂ ਗੇਵ ਯੂ ਦਾ ਮਨੀ, ਕਿਸਨੇ ਦਿੱਤੀ। ਵਾਈ ਹੀ ਔਰ ਸ਼ੀ ਗੇਵ ਯੂ ਦਾ ਮਨੀ, ਕਿਉਂ ਦਿੱਤੀ। ਐਂਡ ਐਕਸਪਲੇਨ ਹਾਊ ਹੀ ਔਰ ਸ਼ੀ ਯੂਜ਼ ਦਾ ਮਨੀ, ਤੇ ਤੁਸੀਂ ਇਸ ਮਨੀ ਨੂੰ ਕਿਵੇਂ ਯੂਜ਼ ਕੀਤਾ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਆਪਾਂ ਕਵਰ ਕਰਾਂਗੇ ਵਕੈਬ ਪਲੱਸ ਈਡੀਅਮ। ਫਸਟ ਵਨ ਇਜ਼ ਇੰਟੈਗਰਲ ਪਾਰਟ। ਇੰਟੈਗਰਲ ਪਾਰਟ ਕੀ ਹੁੰਦਾ? ਇੰਪੋਰਟੈਂਟ। ਔਨ ਕਲਾਊਡ 9 ਇੱਕ ਈਡੀਅਮ ਹੈ, ਵੈਰੀ ਹੈਪੀ ਦੇ ਲਈ ਯੂਜ਼ ਕਰਦੇ ਹਾਂ। ਮਾਇਰਡ ਦਾ ਮਤਲਬ ਹੁੰਦਾ ਮੈਨੀ। ਨੈਕਸਟ ਇਜ਼ ਰੈਵਨਸ ਦਾ ਮਤਲਬ ਹੁੰਦਾ ਜੀ ਐਕਸਟ੍ਰੀਮਲੀ ਹੰਗਰੀ, ਜਦੋਂ ਬਹੁਤ ਜ਼ਿਆਦਾ ਭੁੱਖ ਲੱਗੀ ਹੋਵੇ। ਠੀਕ ਹੈ। ਨੈਕਸਟ ਇਜ਼ ਪਲੈਥਰਾ। ਪਲੈਥਰਾ ਦਾ ਮਤਲਬ ਹੁੰਦਾ ਮੈਨੀ। ਨੈਕਸਟ ਕਰੂਸ਼ੀਅਲ ਇਜ਼ ਇੰਪੋਰਟੈਂਟ ਅਗੇਨ। ਨੈਕਸਟ ਵਰਡ ਹੈ ਜੀ ਸੈਵਨਥ, ਗਲੀਮ ਇਨ ਮਾਈ ਆਈਜ਼ ਦਾ ਮਤਲਬ ਹੁੰਦਾ ਹੈ ਬਹੁਤ ਵਧੀਆ ਇੱਕ ਲਾਈਵਲੀ ਜਿਹਾ ਐਕਸਪ੍ਰੈਸ਼ਨ ਦੇਣਾ। ਠੀਕ ਹੈ ਜੀ, ਬਹੁਤ ਖੁਸ਼ ਐਕਸਾਈਟਮੈਂਟ ਹੋਣੀ ਤੁਹਾਡੀ ਅੱਖਾਂ 'ਚ ਦਿਖਣੀ। ਨੈਕਸਟ ਸੁਵੇਨੀਅਰਸ ਕੀ ਹੁੰਦੇ ਆ? ਲਾਈਕ ਆਪਾਂ ਕਿਸੇ ਪਲੇਸ ਤੇ ਗਏ, ਉੱਥੋਂ ਆਪਾਂ ਨੇ ਕੋਈ ਵੀ ਪ੍ਰੋਡਕਟ ਖਰੀਦਿਆ, ਕੋਈ ਵੀ ਥਿੰਗ ਖਰੀਦੀ ਯਾਦਗਾਰੀ ਵਜੋਂ, ਜਿਹਨੂੰ ਆਪਾਂ ਕਹਿ ਦਈਏ ਵੀ ਮੈਮਰੀ, ਜਿਵੇਂ ਆਬਜੈਕਟ ਕੈਪਟ ਐਜ਼ ਅ ਰਿਮਾਈਂਡਰ ਆਫ ਅ ਪਲੇਸ। ਕੋਈ ਵੀ ਆਬਜੈਕਟ, ਕੋਈ ਵੀ ਥਿੰਗ ਖਰੀਦੀ ਤਾਂ ਕਿ ਆਪਾਂ ਨੂੰ ਉੱਥੋਂ ਦੀ ਯਾਦਗਾਰੀ ਰਹੇ। ਠੀਕ ਹੈ ਜੀ, ਮੈਮਰੀ ਬਣ ਸਕੇ ਇੱਕ। ਸੋ ਸਟਾਰਟਿੰਗ ਕਰਾਂਗੇ ਆਪਾਂ ਇੰਟਰੋ ਤੋਂ। ਕਹਿੰਦੇ ਵੀ ਆਲ ਨੋ ਦੈਟ ਰਿਸੀਵਿੰਗ ਗਿਫਟਸ ਫਰੋਮ ਅਦਰਸ ਆਲਵੇਜ਼ ਬ੍ਰਿੰਗਸ ਅ ਸਮਾਈਲ ਟੂ ਆਰ ਫੇਸ ਐਜ਼ ਇਟ ਇਜ਼ ਅ ਗ੍ਰੇਟਫੁਲ ਜੈਸਚਰ ਆਫ ਲਵ ਐਂਡ ਕੇਅਰ। ਸੋ ਜਦੋਂ ਵੀ ਕਹਿੰਦੇ ਆਪਾਂ ਗਿਫਟ ਰਿਸੀਵ ਕਰਦੇ ਹਾਂ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ, ਆਪਣੇ ਫੇਸ ਤੇ ਸਮਾਈਲ ਆ ਜਾਂਦੀ ਹੈ, ਵਿਚ ਆਰ loved ones show towards us. Even in Indian culture it plays an integral part. So ਇਹਦੇ ਨਾਲ ਇੱਕ gesture of love show ਹੁੰਦਾ ਹੈ ਕਿ ਕੌਣ ਸਾਨੂੰ ਕਿੰਨਾ ਪਿਆਰ ਕਰਦਾ ਹੈ, ਮਤਲਬ ਕਿ ਆਪਾਂ ਨੂੰ ਵਧੀਆ ਫੀਲਿੰਗ ਆਉਂਦੀ ਹੈ। There are many occasions when I receive various kinds of gifts, but today I'm going to share that incident when I received money as a present. So ਵੈਸੇ ਮੈਂ ਬਹੁਤ ਜ਼ਿਆਦਾ ਗਿਫਟ ਰਿਸੀਵ ਕੀਤੇ ਆ, ਬਟ ਇੱਥੇ ਸਿਚੁਏਸ਼ਨ ਕੀ ਹੈ ਜਦੋਂ ਮੈਂ ਮਨੀ ਰਿਸੀਵ ਕੀਤੀ ਹੈ ਐਜ਼ ਅ ਗਿਫਟ। ਕਹਿੰਦੇ it was during my last birthday when my grandmother gave me money as her blessing. ਸੋ ਜਦੋਂ ਮੇਰੇ ਗ੍ਰੈਂਡਮਦਰ ਨੇ ਕਹਿੰਦੇ ਮੈਨੂੰ ਮਨੀ ਪ੍ਰੋਵਾਈਡ ਕੀਤੀ ਸੀ ਐਜ਼ ਅ ਬਲੈਸਿੰਗ। ਔਨ ਦੈਟ ਡੇ ਮਾਈ ਪੈਰੈਂਟਸ ਔਰਗੇਨਾਈਜ਼ਡ ਅ ਪਾਰਟੀ ਐਟ ਮਾਈ ਹੋਮ ਐਂਡ ਮਾਈ ਫਰੈਂਡਸ ਐਂਡ ਰਿਲੇਟਿਵਸ ਵਰ ਇਨਵਾਈਟਡ ਬਾਈ ਮਾਈ ਗਾਰਡੀਅਨਸ। ਤੇ ਕਹਿੰਦੇ ਉਸ ਟਾਈਮ ਕੀ ਸੀ, ਪਾਰਟੀ ਔਰਗੇਨਾਈਜ਼ ਕੀਤੀ ਗਈ ਸੀ ਮੇਰੇ ਪੇਰੈਂਟਸ ਦੇ ਥਰੂ। ਠੀਕ ਹੈ, ਗੈਸਟ ਇਨਵਾਈਟ ਕੀਤੇ ਗਏ ਸੀ, ਫਰੈਂਡ ਸੀਗੇ। ਆਈ ਵਾਜ਼ ਔਨ ਕਲਾਊਡ 9 ਦੈਟ ਡੇ ਸਿੰਸ ਵੀ ਸਪੈਂਡ ਟਾਈਮ ਵਿਦ ਈਚ ਅਦਰ ਐਂਡ ਮੇਡ ਪਲੈਂਟੀ ਆਫ ਲਵਿੰਗ ਮੈਮਰੀਜ਼। ਕਹਿੰਦੇ ਉਸ ਦਿਨ ਮੈਂ ਬਹੁਤ ਖੁਸ਼ ਸੀ ਕਿਉਂਕਿ ਅਸੀਂ ਇਕੱਠੇ ਟਾਈਮ ਸਪੈਂਡ ਕੀਤਾ। ਵੀ ਡਿਡ ਮਾਇਰਡ ਐਕਟੀਵਿਟੀਜ਼ ਲਾਈਕ ਡਾਂਸਿੰਗ, ਪਲੇਇੰਗ ਡਿਫਰੈਂਟ ਗੇਮਸ ਐਂਡ ਸੋ ਔਨ ਵਿਚ ਮੇਡ ਆਲ ਆਫ ਅਸ ਵੈਰੀ ਰੈਵਨਿਊਸ। ਹੰਗਰੀ ਮਤਲਬ ਕਿ ਬਣਾਤਾ ਅਸੀਂ, ਲਾਈਕ ਪਲੇ ਕੀਤਾ, ਖੇਡੇ, ਡਾਂਸ ਕੀਤਾ। ਸੋ ਵੀ ਫਾਈਨਲੀ ਕੱਟ ਦਾ ਕੇਕ ਐਂਡ ਏਟ ਸਨੈਕਸ। ਫਿਰ ਕੀ ਕੀਤਾ, ਜਦੋਂ ਸਾਨੂੰ ਭੁੱਖ ਲੱਗੀ ਸੋ ਅਸੀਂ ਕੁਛ ਖਾਧਾ, ਕੇਕ ਕੱਟ ਕੀਤਾ, ਸਨੈਕਸ ਖਾਦੇ। ਫਿਰ ਕਹਿੰਦੇ ਆਫਟਰ ਕਟਿੰਗ ਦਾ ਕੇਕ ਆਲ ਮਾਈ ਗੈਸਟ ਸਟਾਰਟਡ ਗਿਵਿੰਗ ਮੀ ਡਿਫਰੈਂਟ ਟਾਈਪਸ ਆਫ ਗਿਫਟਸ। ਜਦੋਂ ਕੇਕ ਕੱਟ ਕਰ ਲਿਆ ਸਾਰੇ ਅਲੱਗ-ਅਲੱਗ ਗਿਫਟ ਦੇਣ ਲੱਗੇ। ਇਨ ਵਿਚ ਕਲੋਥਸ, ਸ਼ੂਜ਼, ਬਿਊਟੀਫੁਲ ਸੀਨਰੀ ਐਂਡ ਅਦਰ ਥਿੰਗਸ ਵਰ ਇਨਕਲੂਡਿਡ। ਸੋ ਅਲੱਗ-ਅਲੱਗ ਥਿੰਗਸ ਸੀਗੀਆਂ। ਐਟ ਦੈਟ ਮੋਮੈਂਟ ਮਾਈ ਗ੍ਰੈਂਡਮਦਰ ਗੇਵ ਮੀ ਐਨ ਐਨਵੈਲਪ containing some cash as she was confused about my preference. So ਉਸੇ ਟਾਈਮ ਕਹਿੰਦੇ ਮੇਰੇ ਗ੍ਰੈਂਡਮਦਰ ਨੇ ਮੈਨੂੰ ਇੱਕ ਕੀ ਦਿੱਤਾ, ਐਨਵੈਲਪ ਦਿੱਤਾ, ਜਿਹਦੇ ਵਿੱਚ ਕੀ ਸੀ, ਮਨੀ ਸੀ, ਕਿਉਂਕਿ ਉਹ ਕਨਫਿਊਜ਼ ਸੀ ਵੀ ਮੇਰੀ ਪ੍ਰੈਫਰੈਂਸ ਕੀ ਹੈ। ਸੋ ਸ਼ੀ ਗੇਵ ਦੈਟ ਟੂ ਮੀ ਸੋ ਦੈਟ ਆਈ could buy anything as per my choice since already I received a plethora of things which I required that day. So ਕਹਿੰਦੇ ਕਿਉਂਕਿ ਮੈਂ ਆਲਰੇਡੀ ਬਹੁਤ ਥਿੰਗਸ ਰਿਸੀਵ ਕਰ ਚੁੱਕਿਆ ਸੀ ਵੀ ਮੈਂ ਆਪਣੇ ਅਕੋਰਡਿੰਗ ਕੁਛ ਵੀ ਬਾਈ ਕਰ ਸਕਾਂ, ਇਸ ਕਰਕੇ ਉਹਨਾਂ ਨੇ ਮੈਨੂੰ ਮਨੀ ਦਿੱਤੀ ਐਜ਼ ਅ ਗਿਫਟ। therefore that money I saved to purchase something crucial in the long run. So ਤਾਂ ਕਿ ਮੈਂ ਇਸ ਮਨੀ ਨੂੰ ਕਹਿੰਦੇ ਸੇਵ ਕਰ ਸਕਾਂ ਵੀ ਉਸ ਟਾਈਮ ਦੀ, ਮਤਲਬ ਕਿ ਉਹਨਾਂ ਨੇ ਮੈਨੂੰ ਕਿਉਂ ਦਿੱਤੀ ਸੀ ਵੀ ਮੈਂ ਇਹਨੂੰ ਸੇਵ ਕਰਾਂ ਤੇ ਉਹਨੂੰ ਚੰਗੇ ਤਰੀਕੇ ਨਾਲ ਕਿਤੇ ਯੂਟੀਲਾਈਜ਼ ਕਰਾਂ। ਕਹਿੰਦੇ ਆਈ ਫੈਲਟ ਓਵਰਵੈਲਮਡ, ਮੈਨੂੰ ਮਤਲਬ ਕਿ ਬਹੁਤ ਖੁਸ਼ੀ ਹੋਈ। ਦੈਟ ਆਈ ਹਗਡ ਹਰ ਸੋ ਟਾਈਟਲੀ ਐਂਡ ਮਾਈ ਹੈਪੀਨੈਸ ਬ੍ਰੌਟ ਅ ਗਲੀਮ ਇਨ ਮਾਈ ਆਈਜ਼। ਸੋ ਮੈਂ ਕਹਿੰਦੇ ਉਹਨਾਂ ਨੂੰ ਟਾਈਟਲੀ ਹੱਗ ਕੀਤਾ, ਜੱਫੀ ਪਾਈ, ਠੀਕ ਹੈ, ਗਲੇ ਲਗਾਇਆ। ਦੈਨ ਮੈਨੂੰ ਬਹੁਤ ਖੁਸ਼ੀ ਹੋਈ। ਆਈ ਫੀਲ ਇਟ ਵਾਜ਼ ਇੰਡੀਡ ਦ ਮੋਸਟ ਪ੍ਰੀਸ਼ੀਅਸ ਥਿੰਗ ਦੈਟ ਆਈ ਰਿਸੀਵਡ ਔਨ ਮਾਈ ਲਾਸਟ ਬਰਥਡੇ। ਆਈ ਲਵ ਮਾਈ ਗ੍ਰੈਂਡਮਦਰ ਫॉर ਹਰ ਅਨਕੰਡੀਸ਼ਨਲ ਲਵ ਐਂਡ ਸਪੋਰਟ। ਸੋ ਮੈਂ ਉਹਨਾਂ ਨੂੰ ਬਹੁਤ ਪਿਆਰ ਕਰਦੀ ਹਾਂ। ਐਂਡ ਇੱਥੇ ਜ਼ਰੂਰੀ ਨਹੀਂ ਤੁਸੀਂ ਗ੍ਰੈਂਡਮਦਰ 'ਤੇ ਹੀ ਕਹਿਣਾ, ਤੁਸੀਂ ਅੰਕਲ, ਆਂਟ, ਠੀਕ ਆ, ਫਰੈਂਡ, ਕੋਈ ਵੀ ਪਰਸਨ ਤੇ ਕਹਿ ਸਕਦੇ ਹੋ। ਕਹਿੰਦੇ ਵੀ ਕਲਿਕਡ ਐਂਪਲ
pictures as memories which still now remind me of precious moments which we all spent. So ਅਸੀਂ pictures click ਕੀਤੀਆਂ ਬਹੁਤ ਸਾਰੀਆਂ. Finally I think that gifts are great souvenirs of our close ones as these always give us warm love whether they are with us or not. So ਆਪਾਂ ਨੂੰ ਇੱਕ ਕਹਿੰਦੇ ਕੀ ਆ ਹਮੇਸ਼ਾ ਹੀ ਪਿਆਰ ਪ੍ਰੋਵਾਈਡ ਕਰਦੇ ਨੇ ਚਾਹੇ ਆਪਣੇ ਜਿਹੜੇ ਰਿਸ਼ਤੇਦਾਰ ਨੇ ਜਾਂ ਜਿਹੜੇ ਆਪਣੇ ਕਰੀਬੀ ਨੇ ਉਹ ਆਪਣੇ ਕੋਲ ਹੋਣ ਜਾਂ ਨਾ ਹੋਣ. ਸੋ ਲਾਸਟ ਤੇ ਆਪਾਂ ਕਹਾਂਗੇ to cut a long story short it was a time when I got money as a gift from my grandmother. So ਇਹ ਉਹ ਟਾਈਮ ਸੀ ਜਦੋਂ ਮੈਂ ਪੈਸੇ ਰਿਸੀਵ ਕੀਤੇ as a gift ਮੇਰੇ grandmother ਤੋਂ. ਸੋ ਸਾਰੇ ਕਿਊਜ਼ ਨੂੰ ਐਕਸਪਲੇਨ ਕਰ ਦਿੱਤਾ. ਇਸ ਤੋਂ ਬਾਅਦ ਆਪਾਂ ਕਵਰ ਕਰਾਂਗੇ ਜੀ ਫੋਲੋਅਪਸ ਕੁਐਸਚਨ. ਕਹਿੰਦੇ ਫਰਸਟ ਕੁਐਸਚਨ ਆ what kind of occasions require people to send money as gifts. ਸੋ ਕਿੱਦਾਂ ਦੇ occasions ਦੇ ਵਿੱਚ ਨੀਡ ਹੁੰਦੀ ਆ. require ਦਾ ਮਤਲਬ ਹੁੰਦਾ ਨੀਡ ਕਿ ਲੋਕਾਂ ਨੂੰ people ਕਹਿੰਦੇ to send money as a gift like ਪੈਸੇ ਭੇਜਣੇ ਪੈਂਦੇ ਆ as a gift ਕਿਹੜੇ ਕਿਹੜੇ occasion ਤੇ. So people often send money as gifts for occasions like weddings, graduations and birthdays to give recipients flexibility in how they use the gift. ਕਿਉਂਕਿ ਰੈਸੀਪੀਐਂਟ ਕੌਣ ਹੈ ਵੀ ਉਹ ਪਰਸਨ ਜਿਹਨੂੰ ਤੁਸੀਂ ਭੇਜਣਾ ਗਿਫਟ ਵੀ ਉਹ ਚੰਗੇ ਤਰੀਕੇ ਨਾਲ ਯੂਟਿਲਾਈਜ਼ ਕਰ ਸਕੇ ਵੀ ਉਹਨੂੰ ਕੀ ਚਾਹੀਦਾ. ਮੋਰਓਵਰ ਮੋਨੇਟਰੀ ਗਿਫਟਸ ਆਰ ਆਲਸੋ ਕਾਮਨ ਡਿਊਰਿੰਗ ਹੌਲੀਡੇਜ਼ ਤੇ ਵੀ ਦਿੱਤਾ ਜਾਂਦਾ ਹੈ. Religious celebrations and significant life events such as retirements and housewarmings. So इन्ना events ते इन्ना occasions ते money ਨੂੰ as a gift ਦਿੱਤਾ ਜਾਂਦਾ ਹੈ. Next question है why do people rarely use cash now? ਅੱਜਕੱਲ ਲੋਕ ਕਹਿੰਦੇ cash ਦਾ ਬਹੁਤ ਘੱਟ use ਕਿਉਂ ਕਰ ਰਹੇ ਨੇ ਕਿਉਂਕਿ ਜਿਹੜੇ ਕਾਰਡਸ ਆ ਚੁੱਕੇ ਨੇ ਠੀਕ ਹੈ ਆਪਾਂ ਕਹਿ ਸਕਦੇ ਹਾਂ ਪਲਾਸਟਿਕ ਮਨੀ ਕਹਿ ਸਕਦੇ ਹੋ. ਕਹਿੰਦੇ people rarely use cash now due to the convenience of digital payment methods like credit cards, debit cards and mobile payment apps. For example, with apps like Apple Pay or Google Pay, people can make purchases with just their smartphones, eliminating the need to carry physical cash. क्योंकि आजकल जरूरत नहीं पैंदी फोन दे विचों seconds दे विच payment हो जाती है. Next question है when do children begin to comprehend the value of money? Like बच्चे कहते कदों सीख सकते ने value of money. कहते children typically begin to comprehend the value of money around the ages of 6 to 8 years old. 6 ਤੋਂ 8 ਸਾਲਾਂ 'ਚ ਸਿੱਖ ਸਕਦੇ ਨੇ ਮਤਲਬ ਕਿ ਉਹ ਜਦੋਂ ਇਸ ਏਜ ਤੇ ਪਹੁੰਚਦੇ ਆ ਫਿਰ ਵੀ ਬਹੁਤ ਘੱਟ ਹੀ ਪਤਾ ਲੱਗਦਾ. ਐਟ ਦਿਸ ਸਟੇਜ ਦੇ ਸਟਾਰਟ ਟੂ ਅੰਡਰਸਟੈਂਡ ਦੈਟ ਮਨੀ ਇਜ਼ ਰਿਕੁਆਇਰਡ ਟੂ obtain goods. ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਆਪਾਂ ਨੂੰ ਮਨੀ ਦੀ ਜ਼ਰੂਰਤ ਹੈ ਗੁੱਡਸ ਐਂਡ ਸਰਵਿਸਿਜ਼ ਦੇ ਲਈ ਐਂਡ ਦੇ ਡਿਵੈਲਪ ਬੇਸਿਕ ਕਨਸੈਪਟਸ ਆਫ ਅਰਨਿੰਗ ਸੇਵਿੰਗ ਐਂਡ ਸਪੈਂਡਿੰਗ. ਹਾਊਐਵਰ the extent of their comprehension can vary based on individual experiences and upbringing. ਐਂਡ ਤੇ ਆਪਾਂ ਨੇ ਇਹੀ ਗੱਲ ਕਹੀ ਆ ਪਰ ਕਹਿੰਦੇ ਇਹ ਵੇਰੀ ਕਰਦਾ ਡਿਪੈਂਡ ਕਰਦਾ ਇੰਡੀਵਿਜੂਅਲ ਨੂੰ ਕਿੱਦਾਂ ਦੇ ਐਕਸਪੀਰੀਅੰਸ ਹੁੰਦੇ ਆ ਉਹਨਾਂ ਦਾ ਪਾਲਣ ਪੋਸ਼ਣ ਕਿਵੇਂ ਹੋ ਰਿਹਾ ਫੈਮਿਲੀ ਕਿਵੇਂ ਦੀ ਆ ਅਪਬ੍ਰਿੰਗਿੰਗ ਕਿਵੇਂ ਹੋ ਰਹੀ ਹੈ. ਸੋ ਡਿਪੈਂਡ ਕਰਦਾ. ਨੈਕਸਟ ਕੁਐਸਚਨ ਹੈ ਫੋਰਥ ਇਜ਼ ਇਟ ਗੁੱਡ ਐਂਡ ਨੈਸੈਸਰੀ ਟੂ ਟੀਚ ਚਿਲਡਰਨ ਟੂ ਸੇਵ ਮਨੀ. ਕਹਿੰਦੇ ਇਹ ਗੁੱਡ ਤੇ ਜ਼ਰੂਰੀ ਹੈ ਡੈਫੀਨੇਟਲੀ ਆਪਾਂ ਕਹਾਂਗੇ ਐਬਸੋਲਿਊਟਲੀ. ਕਹਿੰਦੇ ਟੀਚਿੰਗ ਚਿਲਡਰਨ ਟੂ ਸੇਵ ਮਨੀ ਇਜ਼ ਬੋਥ ਬੈਨੀਫਿਸ਼ੀਅਲ ਐਂਡ ਐਸੈਂਸ਼ੀਅਲ. ਬੈਨੀਫਿਸ਼ੀਅਲ ਵੀ ਆ ਤੇ ਐਸੈਂਸ਼ੀਅਲ ਵੀ ਆ. ਇਟ ਇਨਸਟਿਲਸ ਬਲਕਿ ਇੰਸਟਿਲ ਮਤਲਬ ਉਹਨਾਂ ਦੇ ਅੰਦਰ ਇੱਦਾਂ ਦੀ ਭਾਵਨਾ ਨੂੰ ਪੈਦਾ ਕਰਦਾ ਇਨ ਦੈਮ ਵੈਲਿਊਏਬਲ ਫਾਈਨੈਂਸ਼ੀਅਲ ਹੈਬਿਟਸ ਅਰਲੀ ਔਨ. ਫੋਸਟਰਿੰਗ ਮਤਲਬ ਹੁੰਦਾ ਡਿਵੈਲਪ ਕਰਦਾ ਰਿਸਪੌਂਸਿਬਿਲਿਟੀ ਐਂਡ ਲੌਂਗ ਟਰਮ ਫਾਈਨੈਂਸ਼ੀਅਲ ਸਟੇਬਿਲਿਟੀ. ਰਿਸਪੌਂਸਿਬਿਲਿਟੀ ਦੀ ਆਪਾਂ ਕਹਿ ਦਈਏ ਵੀ ਰਿਸਪੌਂਸਿਬਲ ਬਣਦੇ ਆ. ਬਾਈ ਲਰਨਿੰਗ ਟੂ ਸੇਵ ਚਿਲਡਰਨ ਡਿਵੈਲਪ ਇੰਪੋਰਟੈਂਟ ਸਕਿੱਲਸ ਸਚ ਐਜ਼ ਸੈਟਿੰਗ ਗੋਲਸ, ਪ੍ਰਾਇਓਰਟਾਈਜ਼ਿੰਗ ਨੀਡਸ ਓਵਰ ਵਾਂਟਸ. ਠੀਕ ਹੈ ਵੀ ਜ਼ਰੂਰਤਾਂ ਨੂੰ ਦੇਖਦੇ ਨੇ ਨਾ ਕਿ ਇੱਛਾਵਾਂ ਨੂੰ ਦੇਖਦੇ ਨੇ. ਠੀਕ ਹੈ ਐਂਡ ਪਲੈਨਿੰਗ ਫॉर द फ्यूचर ਸੋ ਵਿਚ ਆਰ ਕ੍ਰੂਸ਼ੀਅਲ ਫॉर देयर फाइनेंशियल ਵੈਲਬੀਇੰਗ ਐਜ਼ ਅਡਲਟਸ. ਫਿਫਥ ਕੁਐਸਚਨ ਹੈ ਸ਼ੁੱਡ ਪੈਰੈਂਟਸ ਰਿਵਾਰਡ ਚਿਲਡਰਨ ਵਿਦ ਮਨੀ. ਕਿ ਪੈਰੈਂਟਸ ਨੂੰ ਕਹਿੰਦੇ ਬੱਚਿਆਂ ਨੂੰ ਐਜ਼ ਅ ਮਨੀ ਰਿਵਾਰਡ ਦੇਣਾ ਚਾਹੀਦਾ ਹੈ ਲਾਈਕ ਪੈਸੇ ਦਿੱਤੇ ਜਾਣ ਉਹਨਾਂ ਨੂੰ ਇਨਾਮ ਦੇ ਵਜੋਂ. ਕਹਿੰਦੇ ਰਿਵਾਰਡਿੰਗ ਚਿਲਡਰਨ ਵਿਦ ਮਨੀ ਕੈਨ ਬੀ ਵੈਲਿਊਏਬਲ ਟੂਲ ਵੈਨ ਯੂਜ਼ਡ ਐਪਰੋਪ੍ਰੀਏਟਲੀ. ਅਗਰ ਉਹਨੂੰ ਸਹੀ ਤਰੀਕੇ ਨਾਲ ਯੂਟਿਲਾਈਜ਼ ਕੀਤਾ ਜਾਂਦਾ ਹੈ ਇਟ ਕੈਨ ਟੀਚ ਦੈਮ ਦਾ ਕਨਸੈਪਟ ਆਫ ਅਰਨਿੰਗ ਐਂਡ ਦ ਵੈਲਿਊ ਆਫ ਹਾਰਡ ਵਰਕ. ਉਹਨਾਂ ਨੂੰ ਪਤਾ ਲੱਗੂਗਾ. However, it's important to balance monetary rewards with the non-monetary ones like praise to encourage a well-rounded understanding of motivation and accomplishment. So ਕਹਿੰਦੇ ਜ਼ਿਆਦਾ ਇੰਪੋਰਟੈਂਟ ਕੀ ਆ ਕਿ ਬੈਲੈਂਸ ਬਣਾ ਕੇ ਰੱਖਿਆ ਜਾਵੇ. ਮੋਟੀਵੇਸ਼ਨ ਵੀ ਦਿੱਤੀ ਜਾਵੇ ਤੇ ਪਲੱਸ ਮੋਨੇਟਰੀ ਰਿਵਾਰਡਸ ਵੀ ਦਿੱਤੇ ਜਾਣ. ਇਹ ਨਹੀਂ ਵੀ ਸਿਰਫ ਪੈਸੇ ਹੀ ਦਿੱਤੇ ਜਾਣ ਵੀ ਆਪਾਂ ਕਹਿ ਦਈਏ ਵੀ ਐਡਿਕਸ਼ਨ ਨਹੀਂ ਆਪਾਂ ਨੇ ਲਗਾਉਣੀ ਹੈਗੀ. ਨੈਕਸਟ ਹੈ ਸਿਕਸਥ what are the advantages and disadvantages of using credit cards. ਫਾਇਦੇ ਕੀ ਨੇ ਨੁਕਸਾਨ ਕੀ ਨੇ. ਸੋ ਫਾਇਦੇ ਮੇਨਲੀ ਆਪਾਂ ਗੱਲ ਕਰੀਏ ਕਨਵੀਨੀਅੰਸ ਹੈ ਹਨਾ ਜਲਦੀ ਹੋ ਜਾਂਦਾ ਆਪਣਾ ਸਾਰਾ ਕੰਮ ਕੈਸ਼ ਕੈਰੀ ਨਹੀਂ ਕਰਨਾ ਪੈਂਦਾ.
कहते the advantages of using credit cards include convenience, security, and the ability to build credit history. They also often offer rewards such as cashback or travel points. However, disadvantages can include high interest rates if balances are not paid in full, the temptation to overspend, and potential fees for late payment or exceeding credit limits. ਆਪਾਂ ਕਹਿ ਸਕਦੇ ਹਾਂ ਨਾ, ਕਿਉਂਕਿ ਫਿਰ ਆਪਾਂ ਕੀ ਹੈ ਯੂਜ਼ ਟੂ ਹੋ ਜਾਂਦੇ ਆ, ਆਪਣੇ ਜਿਹੜੇ ਪਰਚੇਜ਼ਸ ਨੇ ਉਹ ਵੱਧ ਜਾਂਦੀਆਂ ਨੇ, ਠੀਕ ਹੈ। ਦੈਨ ਫਿਰ ਜੇ ਨਾ ਪੇਮੈਂਟ ਹੈ ਸਹੀ ਟਾਈਮ ਤੇ ਉਹ ਦਿੱਤੀ ਜਾਵੇ, ਦੈਨ ਉਹਦੇ ਨਾਲ ਕੀ ਰਹਿੰਦਾ ਆਪਾਂ ਨੂੰ ਇੰਟਰਸਟ ਰੇਟ ਪੈ ਜਾਂਦਾ। ਸੋ ਇਹ ਕੀ ਨੇ ਇਹਦੇ ਡਿਸਐਡਵਾਂਟੇਜਸ ਨੇ। नेक्स्ट क्वेश्चन है, डू यू थिंक इट्स गुड थिंग दैट मोर पीपल आर यूजिंग डिजिटल पेमेंट्स? कि ये चंगी गल है कि अजकल लोग ज़्यादा डिजिटल पेमेंट का यूज़ कर रहे हैं? यस, द इंक्रीजिंग यूज़ ऑफ डिजिटल पेमेंट इज़ जनरली सीन एज अ पॉजिटिव ट्रेंड. For example, digital payment methods like mobile wallets and online transfers offer convenience and security, allowing people to make transactions quickly and without the need for physical cash. सो बहुत जल्दी हो जांदियां, क्विकली हो जांदियां, फिजिकल कैश की जरूरत नहीं होती। सो डेफिनेटली आप इनू कहांगे कि यह एक की है गुड थिंग है जी। सो ये सीगे इसके फॉलोअप्स क्वेश्चन, ठीक है। सो कैश तो ही ने ਤੁਹਾਨੂੰ ਇਹ ਪੁੱਛਿਆ ਜਾ ਸਕਦਾ ਵੀ ऑनलाइन पेमेंट्स ਤੇ ਜਿਹੜੀਆਂ ਆਪਾਂ ਕਹਿ ਦਈਏ ऑफलाइन पेमेंट ਉਹ 'ਚ ਕੀ ਡਿਫਰੈਂਸ ਆ, ਕੀ ਫਾਇਦੇ ਨੇ, ਕੀ ਨੁਕਸਾਨ ਨੇ। ਸੋ ਅਗੇਨ ਆਨਸਰ ਤੇ ਮੈਟਰ ਕਰੂਗਾ, ਜਿਵੇਂ ਦਾ ਤੁਸੀਂ ਆਨਸਰ ਕਰੋਗੇ ਉਸੇ ਤਰ੍ਹਾਂ ਤੁਹਾਡਾ ਜਿਹੜਾ ਨੈਕਸਟ ਫਾਲੋਅਪ ਕੁਐਸਚਨ ਹੈ ਤੁਹਾਨੂੰ ਪੁੱਛਿਆ ਜਾਊਗਾ। ਓਕੇ ਫਰੈਂਡਸ, ਜੇ ਤੁਹਾਨੂੰ ਮੇਰੀ ਅੱਜ ਦੀ ਕਲਾਸ ਵਧੀਆ ਲੱਗੀ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ। ਮਿਲਦੇ ਹਾਂ ਜੀ ਨੈਕਸਟ ਕਲਾਸ ਦੇ ਨਾਲ। ਬਾਏ ਬਾਏ, ਟੇਕ ਕੇਅਰ।